ਆਈਏ ਸੀਗੇ ਦਫ਼ਤਰਾਂ ਦੇ ਵਿੱਚ ਬਹਿੰਦੇ ਹੋਵੋਗੇ, ਸਲੂਟ ਵੀ ਵੱਜਦੇ ਹੋਣਗੇ ਤੇ ਹੁਣ ਗਲੀਆਂ 'ਚ ਘੁੰਮਣਾ ਪੈ ਰਿਹਾ। ਇਹ ਸਫ਼ਰ ਕਿਹੋ ਜਿਹਾ ਲੱਗ ਰਿਹਾ ਹੁਣ? 37 ਸਾਲ ਦੀ ਸਰਵਿਸ ਭਾਵੇਂ ਹੋ ਗਈ, ਵੱਡੇ ਤੋਂ ਵੱਡੀਆਂ ਨੌਕਰੀਆਂ ਮਿਲੀਆਂ, ਲੰਡਨ ਯੂਰਪ 3-3 ਸਾਲ ਦੀਆਂ ਪੋਸਟਿੰਗਾਂ ਮਿਲੀਆਂ, ਪਰ ਜਿਹੜਾ ਪਿੱਛਾ ਹੈ ਕਿ ਗਰੀਬੀ ਕੀ ਹੁੰਦੀ ਹੈ, ਬੈਕਵਰਡਨੈਸ ਕੀ ਹੁੰਦੀ ਹੈ, ਜਿਹੜੀਆਂ ਦਲਿਤ ਬਰਾਦਰੀਆਂ ਨੇ, ਬਾਕੀ ਗਰੀਬ ਲੋਕ ਨੇ, ਉਹਨਾਂ ਦੇ ਕੀ ਦੁੱਖ ਹੁੰਦੇ ਨੇ, ਉਹ ਮੈਂ ਕਦੀ ਭੁੱਲਿਆ ਨਹੀਂ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਜਾਂ ਪੂਰੇ ਪੰਜਾਬ ਦੇ ਵਿੱਚ ਚਰਚਾਵਾਂ ਹੀ ਨੇ ਕਿ ਦੋ ਵੱਡੇ ਲੀਡਰ ਆਮੋ ਸਾਹਮਣੇ ਹੋ ਗਏ, ਤਾਂ ਫਿਰ ਜਗਮੋਹਨ ਰਾਜੂ ਆਪਣੇ ਆਪ ਨੂੰ ਉੱਥੇ ਕਿੱਥੇ ਦੇਖ ਰਹੇ ਨੇ? ਕੀ ਇੱਥੇ ਦੇ ਲੋਕ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ? ਉਹ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਪਰ ਜੇ ਤੁਸੀਂ ਇਲਾਕੇ 'ਚ ਘੁੰਮੋ, ਉਹਨਾਂ ਦੇ ਅੱਖਾਂ 'ਚ ਉਹ ਬਹੁਤ ਛੋਟੇ ਨੇ, ਬਹੁਤ ਹੀ ਨੀਚ ਨੇ, ਬਹੁਤ ਹੀ ਗੁਨਾਹਗਾਰ ਨੇ। ਜਿਹਦੇ ਨਾਲ ਵੀ ਗੱਲ ਕਰੋ, ਉਹ ਕਹਿੰਦੇ ਜੀ ਸਾਡੇ ਬੱਚੇ ਨਸ਼ਈ ਹੋ ਜਾਣਗੇ, ਸਾਡੀਆਂ ਸੰਤਾਨਾਂ ਬਰਬਾਦ ਹੋ ਜਾਣਗੀਆਂ ਜੇ ਇੱਦਾਂ ਦੇ ਲੀਡਰਾਂ ਨੂੰ ਕਿਤੇ MLA ਬਣਨ ਦਾ ਚਾਂਸ ਮਿਲ ਜੂਗਾ। ਤੇ ਹੁਣ 20 ਤਰੀਕ ਨੂੰ ਇਹਨਾਂ ਨੇ MLA ਦੇ ਜੋਗਾ ਵੀ ਰਹਿਣਾ, ਕਿਉਂਕਿ ਜਿੱਥੇ ਜਾਂਦੇ ਨਾ ਜੀ ਬੂਹੇ ਬੰਦ ਕਰ ਲੈਂਦੇ ਲੋਕੀ, ਕੱਢ ਕੇ ਘਰੋਂ ਆਪਣਾ ਵੇਲ ਨੇ ਪਿੱਛੇ ਪੈ ਗਈਆਂ ਜਨਾਨੀਆਂ ਕਿ ਜੀ ਜਿੱਥੇ ਵੱਡੇ ਵੱਡੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ, ਕਿੱਥੇ ਗਏ ਸੀ? 5 ਸਾਲ ਕਿੱਥੇ ਸੀ? ਪੋਸਟਰ ਲੱਗੇ ਹੋਏ ਸੀਗੇ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੇ ਚੱਲਦੇ ਆ ਕਿ ਚਿੜੀਆਂ ਸੇ ਮੈਂ ਬਾਜ ਲੜਾਊਂ। ਤੁਹਾਨੂੰ ਇਹ ਲੱਗ ਰਿਹਾ ਕਿ ਤੁਹਾਡਾ ਦੋਵਾਂ ਨਾਲ ਕਿਸੇ ਨਾਲ ਵੀ ਮੁਕਾਬਲਾ ਨਹੀਂ ਹੈ? ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਨਹੀਂ ਹੈ ਜਾਂ ਬਿਕਰਮ ਮਜੀਠੀਆ ਦੇ ਨਾਲ ਵੀ ਨਹੀਂ ਹੈ? ਇਟਸ ਅ ਨਾਨ ਕੰਟੈਸਟ, ਇਟਸ ਅ ਨਾਨ ਕੰਟੈਸਟ। ਕੰਟੈਸਟ ਕੀ ਹੈ? ਉਹ ਇਸ ਹੱਕਦਾਰ ਹੀ ਨਹੀਂ ਹੈ ਕਿ ਉਹ ਵੋਟ ਮੰਗਣ ਵੀ ਜਾਣ। ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ? ਕਿਉਂਕਿ ਮੈਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ ਬੀਜੇਪੀ ਦੀ ਸਥਿਤੀ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਝਟਕਾ ਲੱਗਾ, ਬੀਜੇਪੀ ਨੂੰ ਰਿਵਾਈਵ ਹੋਣ ਦੀ ਕੋਸ਼ਿਸ਼ਾਂ ਕਰਨੀ ਪੈ ਰਹੀਆਂ ਨੇ ਕਿਉਂਕਿ ਅਕਾਲੀ ਦਲ ਦੇ ਨਾਲ ਅਲਾਇੰਸ ਵੀ ਨਹੀਂ ਹੈਗਾ, ਤਾਂ ਲੋਕ ਕਿਵੇਂ ਭਰੋਸਾ ਕਰਨਗੇ ਤੁਹਾਡੇ ਤੇ? ਮੇਰੇ ਤੇ ਭਰੋਸਾ ਇਸ ਲਈ ਕਰਨਗੇ ਕਿ ਮੇਰਾ ਜੋ ਗਰੰਟਰ ਹੈ ਉਹ ਹੈ ਪ੍ਰਧਾਨ ਮੰਤਰੀ ਖੁਦ। 2022 ਦੀਆਂ ਵਿਧਾਨ ਸਭਾ ਚੋਣਾਂ ਤੇ ਅੰਮ੍ਰਿਤਸਰ ਈਸਟ ਹਲਕਾ, ਇਸ ਵੇਲੇ ਪੰਜਾਬ 'ਚ ਸਭ ਤੋਂ ਵੱਧ ਚਰਚਾ ਇਸੇ ਹਲਕੇ ਦੀ ਹੋ ਰਹੀ ਹੈ ਕਿਉਂਕਿ ਬਿਕਰਮ ਮਜੀਠੀਆ ਔਰ ਨਵਜੋਤ ਸਿੰਘ ਸਿੱਧੂ ਆਮੋ ਸਾਹਮਣੇ ਹੋਏ ਪਏ ਨੇ। ਪਰ ਸਾਨੂੰ ਧਿਆਨ ਦੇਣਾ ਪਏਗਾ ਕਿ ਇਹ ਹਲਕਾ ਸ਼ਹਿਰੀ ਹੈ ਔਰ ਇੱਥੇ ਬੀਜੇਪੀ ਦਾ ਵੀ ਵੱਡਾ ਵੋਟ ਬੈਂਕ ਹੈ। ਬੀਜੇਪੀ ਨੇ ਇੱਥੋਂ ਉਮੀਦਵਾਰ ਬਣਾਏ ਨੇ ਜਗਮੋਹਨ ਸਿੰਘ ਰਾਜੂ ਸਾਬਕਾ IAS ਅਫਸਰ ਨੇ, ਰਿਟਾਇਰਮੈਂਟ ਲੈ ਕੇ ਚੋਣ ਮੈਦਾਨ ਦੇ ਵਿੱਚ ਆਏ ਨੇ। ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ, ਉਹੀ ਅਫਸਰ ਤੋਂ ਤਬਦੀਲ ਹੋਏ ਨੇਤਾ ਜਗਮੋਹਨ ਸਿੰਘ ਰਾਜੂ ਸਾਡੇ ਨਾਲ ਨੇ। ਰਾਜੂ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV ਤੇ। IAS ਸੀਗੇ, ਦਫ਼ਤਰਾਂ ਦੇ ਵਿੱਚ ਬਹਿੰਦੇ ਹੋਵੋਗੇ, ਸਲੂਟ ਵੀ ਵੱਜਦੇ ਹੋਣਗੇ, ਇਹ ਹੁਣ ਗਲੀਆਂ 'ਚ ਘੁੰਮਣਾ ਪੈ ਰਿਹਾ। ਇਹ ਸਫ਼ਰ ਕਿਹੋ ਜਿਹਾ ਲੱਗ ਰਿਹਾ ਹੁਣ? ਦਿਲ ਦੀ ਮੁਰਾਦ ਪੂਰੀ ਹੈ ਜੀ, ਕਿਉਂਕਿ ਸ਼ੁਰੂ ਤੋਂ ਹੀ ਮੈਂ ਬੜੀ ਇੱਕ ਗਰੀਬ ਫੈਮਿਲੀ ਦਾ ਬੇਟਾ ਹਾਂ। ਮੇਰੇ ਦਾਦਾ ਜੀ ਜਿਹੜੇ ਸਨ ਉਹ ਖੇਤੀ ਮਜ਼ਦੂਰ ਸਨ, ਐਗਰੀਕਲਚਰਲ ਲੇਬਰਰ ਸਨ। ਉਹ ਐਸੀ ਫੈਮਿਲੀ ਨੂੰ ਬਿਲੋਂਗ ਕਰਦੇ ਸਨ ਜਿਹੜੇ ਪਿੰਡ ਦੇ ਖੂਹ ਤੋਂ ਪਾਣੀ ਨਹੀਂ ਭਰ ਸਕਦੇ ਸਨ, ਕਿਉਂਕਿ ਇੰਨਾ ਜਾਤੀਵਾਦ ਉਦੋਂ ਸੀ ਕਿ ਖੂਹ 'ਚ ਪਾਣੀ ਨਹੀਂ। ਤੇ ਫਿਰ ਮੇਰੇ ਪਿਤਾ ਜੀ ਨੇ ਮਿਹਨਤ ਕਰਕੇ ਉਹ PCS ਬਣੇ, ਫਿਰ IAS ਵੀ ਹੋਏ, ਪੰਜਾਬ 'ਚ ਕਈ ਜਗ੍ਹਾ SDM DC ਰਹੇ। ਉਸ ਤੋਂ ਬਾਅਦ 21 ਸਾਲ ਦੀ ਉਮਰ 'ਚ ਮੈਨੂੰ IAS ਬਣਨ ਦਾ ਮੌਕਾ ਮਿਲਿਆ, ਗੁਰੂ ਮਹਾਰਾਜ ਦੀ ਮਿਹਰ ਸੀ। ਤੋ 37 ਸਾਲ ਦੀ ਸਰਵਿਸ ਭਾਵੇਂ ਹੋ ਗਈ, ਵੱਡੇ ਤੋਂ ਵੱਡੀਆਂ ਨੌਕਰੀਆਂ ਮਿਲੀਆਂ, ਲੰਡਨ ਯੂਰਪ 3-3 ਸਾਲ ਦੀਆਂ ਪੋਸਟਿੰਗਾਂ ਮਿਲੀਆਂ, ਪਰ ਜਿਹੜਾ ਪਿੱਛਾ ਹੈ ਕਿ ਗਰੀਬੀ ਕੀ ਹੁੰਦੀ ਹੈ, ਬੈਕਵਰਡਨੈਸ ਕੀ ਹੁੰਦੀ ਹੈ, ਜਿਹੜੀਆਂ ਦਲਿਤ ਬਰਾਦਰੀਆਂ ਨੇ, ਬਾਕੀ ਗਰੀਬ ਲੋਕ ਨੇ, ਉਹਨਾਂ ਦੇ ਕੀ ਦੁੱਖ ਹੁੰਦੇ ਨੇ, ਉਹ ਮੈਂ ਕਦੀ ਭੁੱਲਿਆ ਨਹੀਂ ਹੈ ਜੀ। ਔਰ ਇਸ ਲਈ ਆਪਣਾ ਸੇਵਾ ਦਾ ਭਾਵ ਜਿਹੜਾ ਮੈਂ 37 ਸਾਲ 'ਚੋਂ ਇੱਕ IAS ਅਫਸਰ ਦੇ ਰੂਪ 'ਚ ਨਿਭਾ ਰਿਹਾ ਸੀ, ਹੁਣ ਉਹੀ ਇੱਕ ਸਮਾਜ ਸੇਵਕ ਦੇ ਰੂਪ 'ਚ। ਜਦੋਂ ਤੁਸੀਂ ਕਿਹਾ ਜੀ ਹੁਣ ਨੇਤਾ ਨਹੀਂ ਹੈ ਜੀ, ਅਸੀਂ ਸਮਾਜ ਸੇਵਕ ਹੀ ਹਾਂ ਔਰ ਦਿਲੋਂ ਸਮਾਜ ਸੇਵਕ ਹਾਂ ਜੀ। ਬੀਜੇਪੀ ਹੀ ਕਿਉਂ ਚੁਣੀ ਤੁਸੀਂ? ਔਰ ਮੈਂ ਜਾਣਨਾ ਚਾਹੁੰਦਾ ਥੋੜ੍ਹਾ ਜਿਹਾ ਤੁਸੀਂ ਆਪਣੇ ਕਰੀਅਰ ਬਾਰੇ ਵੀ ਹੋਰ ਸਾਡੇ ਦਰਸ਼ਕਾਂ ਨੂੰ ਵਿਸਤਾਰ ਦੇ ਨਾਲ ਦੱਸ ਦਿਓ, ਔਰ ਬੀਜੇਪੀ ਕਿਉਂ ਚੁਣੀ ਫਿਰ ਤੁਸੀਂ ਇਹ ਵੀ ਦੱਸ ਦਿਓ। ਮੇਰਾ
ਜਿਹੜਾ ਕੈਰੀਅਰ ਹੈ ਜੀ 1985 ਦੇ ਵਿੱਚ ਮੇਰੀ ਆਈਐਸ ਦੇ ਵਿੱਚ ਸਿਲੈਕਸ਼ਨ ਹੋਈ। 1986 ਚ ਮੇਰੀ ਸ਼ਾਦੀ ਆਪਣੇ ਹੀ ਬੈਚਮੇਟ ਸ਼੍ਰੀਮਤੀ ਅਨੂ ਸਿੰਘ ਨਾਲ ਹੋਈ, ਜਿਹੜੇ ਇਨਕਮ ਟੈਕਸ ਸਰਵਿਸ ਸਨ, ਤੇ ਉਹ ਵੀ 37 ਸਾਲ ਦੀ ਸਰਵਿਸ ਤੋਂ ਬਾਅਦ 6 ਮਹੀਨੇ ਪਹਿਲਾਂ ਐਜ਼ ਮੈਂਬਰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ, ਜੋ ਇਨਕਮ ਟੈਕਸ ਦੀ ਸਭ ਤੋਂ ਵੱਡਾ ਅਹੁਦਾ ਹੁੰਦਾ, ਉੱਥੋਂ ਰਿਟਾਇਰ ਹੋਏ। ਮੈਂ ਤਕਰੀਬਨ 12-13 ਸਾਲ ਤਾਮਿਲਨਾਡੂ ਸਰਕਾਰ 'ਚ ਲਗਾਏ ਨੇ, ਔਰ 16-17 ਸਾਲ ਮੈਂ ਭਿੰਨ ਚੰਗੀਆਂ ਪੋਸਟਿੰਗਾਂ ਭਾਰਤ ਸਰਕਾਰ 'ਚ ਦਿੱਲੀ 'ਚ ਕੀਤੀਆਂ। 3 ਸਾਲ ਮੇਰੀ ਪੋਸਟਿੰਗ ਲੰਡਨ ਰਹੀ ਹੈ, ਜਿਹਦੇ 'ਚ ਪੂਰਾ ਯੂਰਪ ਦੀ ਮੇਰੀ ਜੂਰਿਸਡਿਕਸ਼ਨ ਸੀਗੀ ਕਿ ਸਾਰੇ ਇੰਡੀਆ ਦੀਆਂ ਐਗਰੀਕਲਚਰ ਪ੍ਰੋਡਕਟਸ ਨੂੰ ਪ੍ਰਮੋਟ ਕਰਨਾ, ਉਹਨਾਂ ਦੀ ਐਕਸਪੋਰਟ ਪ੍ਰਮੋਟ ਕਰਨਾ। ਔਰ ਸਾਰੀ ਉਮਰ ਮੈਂ ਬੜੇ ਇੱਕ ਸਾਫ ਸੁਥਰੀ ਛਵੀ ਨਾਲ, ਅੱਜ ਤੱਕ ਕਿਸੇ ਨੇ ਮੇਰੇ ਉੱਤੇ ਕੋਈ ਉਂਗਲ ਨਹੀਂ ਉਠਾ ਸਕੇ, ਇਸ ਤਰੀਕੇ ਦੀ ਸ਼ਰਾਫਤ ਦੀ, ਇਮਾਨਦਾਰੀ ਦੀ ਮੈਂ ਨੌਕਰੀ ਕੀਤੀ। ਔਰ 2009 ਦੇ ਵਿੱਚ ਮੈਂ ਡਾਇਰੈਕਟਰ ਜਨਰਲ ਨੈਸ਼ਨਲ ਲਿਟਰੇਸੀ ਮਿਸ਼ਨ ਸੀ, ਔਰ ਉੱਥੇ 5 ਸਾਲਾਂ ਦੇ ਵਿੱਚ 2 ਕਰੋੜ ਮਹਿਲਾਵਾਂ ਨੂੰ ਸਾਖਸ਼ਰ ਕਰਨ ਲਈ, ਉਹਨਾਂ ਨੂੰ ਪੜ੍ਹਾਉਣ ਲਈ ਮੈਨੂੰ ਵਰਲਡ ਪ੍ਰਾਈਜ਼ ਯੂਨੈਸਕੋ ਨੇ ਦਿੱਤਾ। ਤੋ ਇਸ ਤਰੀਕੇ ਦੇ ਨਾਲ ਸਾਰੀ ਉਮਰ, ਜਿੱਦਾਂ ਮੈਨੂੰ ਗੁਰੂ ਮਹਾਰਾਜ ਇੱਕ ਸਿੱਖ ਨੂੰ ਕਹਿੰਦੇ ਨੇ ਕਿ ਆਪਣਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਸੇ ਅਸੂਲ ਨਾਲ ਮੈਂ ਆਪਣੀ ਜ਼ਿੰਦਗੀ ਅੱਜ ਤੱਕ ਬਤੀਤ ਕੀਤੀ ਸੀ। ਹੁਣ ਤੁਸੀਂ ਰਿਟਾਇਰਮੈਂਟ ਲਈ ਜਾਂ ਰਿਟਾਇਰਮੈਂਟ ਡੇਟ ਹੋ ਗਈ ਸੀ ਕਿ ਤੁਹਾਡੀ ਰਿਟਾਇਰ ਹੀ ਹੋਣਾ ਸੀਗਾ, ਤੁਸੀਂ ਵਲੰਟਰੀਲੀ ਲਈ ਹੈ? ਨਹੀਂ ਜੀ, ਰਿਟਾਇਰਮੈਂਟ ਤਾਂ ਮੇਰੀ ਹੋਣੀ ਸੀ ਜੀ 2023 ਚ, ਤੋਂ 1.5 ਸਾਲ ਪਹਿਲਾਂ ਮੈਂ ਸਿਰਫ ਇਸ ਸੇਵਾ ਦੇ ਭਾਵਨਾ ਨਾਲ ਇੱਕ ਛੋਟਾ ਜਿਹਾ ਬਲੀਦਾਨ ਦਿੱਤਾ, ਇੱਕ ਸੈਕਰੀਫਾਈਸ ਦਿੱਤੀ ਕਿ ਚਲੋ ਪੰਜਾਬ ਵਾਪਸ ਜਾਣਾ ਹੈ ਤੇ ਸੇਵਾ ਕਰਨੀ ਹੈ। ਔਰ ਮੈਨੂੰ ਬੜਾ ਕਈ ਵਾਰ ਦੁੱਖ ਹੁੰਦਾ ਸੀਗਾ ਕਿ ਪੰਜਾਬ, ਦੇਖੋ ਜੀ, ਮੈਂ 1985 ਦੇ ਵਿੱਚ ਸਿਲੈਕਟ ਹੋਇਆ। ਮੇਰੇ ਪਿਤਾ ਜੀ ਨੂੰ ਲੋਕੀ ਕਹਿੰਦੇ ਸੀ ਉਹ ਤੇਰਾ ਮੁੰਡਾ ਤਾਮਿਲਨਾਡੂ ਜਾ ਰਿਹਾ, ਉੱਥੇ ਤਾਂ ਗਰੀਬੜੇ ਜੀ ਸਟੇਟ ਹੈ, ਉੱਥੇ ਲੋਕੀ ਪੱਤਲ ਦੇ ਵਿੱਚ ਖਾਣਾ ਖਾਂਦੇ ਆ, ਉੱਥੇ ਤਾਂ ਘਰ ਘਰ ਉੱਤੇ ਕੱਚੇ ਘਰ ਨੇ, ਹਾਂਜੀ। ਔਰ ਪੰਜਾਬ ਨੂੰ ਕਹਿੰਦੇ ਸੀ ਉਹ ਇੱਥੇ ਤਾਂ ਦੁੱਧ ਦੀਆਂ ਨਦੀਆਂ ਵਹਿੰਦੀਆਂ, ਇੱਥੇ ਤਾਂ ਸਭ ਤੋਂ ਵੱਡਾ ਅਮੀਰ ਸਟੇਟ ਹੈ। ਤੇ 30 ਸਾਲਾਂ ਦੇ ਵਿੱਚ ਜਦੋਂ ਮੈਂ 2022 ਚ ਵਾਪਸ ਆਇਆ, ਤੇ ਉਹੀ ਤਾਮਿਲਨਾਡੂ ਅੱਜ ਟੌਪ ਦਾ ਕੰਟਰੀ ਸਟੇਟ ਹੈ, ਔਰ ਪੰਜਾਬ ਹਰ ਪਾਸਿਓਂ, ਭਾਵੇਂ ਉਹ ਇਕਨੋਮਿਕ ਪੈਰਾਮੀਟਰ ਹੋਣ, ਭਾਵੇਂ ਸੋਸ਼ਲ ਹੋਣ, ਭਾਵੇਂ ਪੋਲੀਟੀਕਲ ਹੋਣ, ਬਿਲਕੁਲ ਥੱਲੇ ਲੱਗਿਆ ਹੋਇਆ ਹੈ ਜੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਐਗਰੀਕਲਚਰਲ ਪ੍ਰੋਡਕਟਸ ਨੂੰ ਲੈ ਕੇ ਪ੍ਰਮੋਟ ਕਰਨ ਲਈ ਵੀ ਕਾਫੀ ਸੇਵਾਵਾਂ ਨਿਭਾਈਆਂ ਨੇ, ਕਿਉਂਕਿ ਬੀਜੇਪੀ ਤੁਸੀਂ ਜੁਆਇਨ ਕੀਤੀ ਹੈ ਔਰ ਸੋਸ਼ਲੀ ਇੱਕ ਬੜਾ ਮੁੱਦਾ ਬਣ ਗਿਆ ਸੀਗਾ ਖੇਤੀ ਕਾਨੂੰਨਾਂ ਨੂੰ ਲੈ ਕੇ। ਉਸ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਬੀਜੇਪੀ ਨੂੰ ਬਹੁਤ ਝਟਕਾ ਲੱਗਿਆ, ਬੀਜੇਪੀ ਦੀ ਸਥਿਤੀ ਖਰਾਬ ਹੋਈ। ਇਸ ਮੌਕੇ ਤੇ ਤੁਸੀਂ ਬੀਜੇਪੀ ਨੂੰ ਜੁਆਇਨ ਕੀਤਾ, ਇੱਕ ਵੱਡੀ ਚੁਣੌਤੀ ਨਹੀਂ ਹੋ ਗਈ ਹੁਣ ਤੁਹਾਡੇ ਲਈ? ਦੇਖੋ, ਮੈਂ ਕਮਿਸ਼ਨਰ ਐਗਰੀਕਲਚਰ ਰਿਹਾ, ਕਮਿਸ਼ਨਰ ਹਾਰਟੀਕਲਚਰ ਰਿਹਾ, ਮੈਂ ਅਪੀਡਾ ਜਿਹੜਾ ਐਕਸਪੋਰਟ ਪ੍ਰਮੋਸ਼ਨ ਕਰਦੇ ਐਗਰੀਕਲਚਰ ਪ੍ਰੋਡਕਟਸ 3 ਸਾਲ ਉਹਦੇ 'ਚ ਡਾਇਰੈਕਟਰ ਰਿਹਾ। ਮੈਂ ਐਗਰੀਕਲਚਰ ਨੂੰ ਬੜੀ ਅੱਛੀ ਤਰੀਕੇ ਨਾਲ ਪ੍ਰੋਡਕਸ਼ਨ ਟੂ ਐਕਸਪੋਰਟ ਅਲਟੀਮੇਟ ਮਾਰਕੀਟ ਤੱਕ ਚੰਗੀ ਤਰ੍ਹਾਂ ਜਾਣਦਾ, ਸਮਝਦਾ ਹੈ ਜੀ। ਮੈਨੂੰ ਇਹ ਯਕੀਨ ਹੈ ਕਿ ਐਗਰੀਕਲਚਰ ਜੋ ਪੰਜਾਬ ਦੀ ਵੱਡੀ ਇਕੋਨਮੀ ਹੈ, ਹਾਲੇ ਤੱਕ ਕਿ ਹੁਣ ਤਾਂ ਡਰੱਗ ਇਕੋਨਮੀ ਵੱਡੀ ਹੋ ਗਈ, ਬਟ ਅਦਰਵਾਈਜ਼ ਐਗਰੀਕਲਚਰਲ ਇਕੋਨਮੀ ਪੰਜਾਬ ਦੀ ਹੀ ਸਸਟੇਨ ਕਰਦੇ ਸਨ, ਉਹ ਵੀ ਕਾਫੀ ਪਿੱਛੇ ਰਹਿ ਗਈ ਹੈ ਜੀ। ਇਹਨੂੰ ਪੂਰਾ ਮਾਡਰਨਾਈਜ਼ ਕਰਨਾ ਹੈ, ਨਵੀਆਂ ਆਰਗੈਨਿਕ ਔਰ ਬਾਕੀ ਤਰੀਕੇ ਨਾਲ ਟੈਕਨੋਲੋਜੀ ਲਿਆਉਣੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀਆਂ ਐਸੀਆਂ ਟੈਕਨੀਕਸ ਆ ਗਈਆਂ ਉਹਨਾਂ ਨੂੰ ਅਪਲਾਈ ਕਰਵਾਉਣਾ ਹੈ, ਸਟਾਰਟਅਪਸ ਕਰਵਾਉਣੇ ਇਹਦੇ ਵਿੱਚ। ਤੇ ਇਹ ਸਾਰੀਆਂ ਚੀਜ਼ਾਂ ਦੇ ਲਈ ਬੜਾ ਧਨ ਚਾਹੀਦਾ, ਔਰ ਇਹ ਜਿਹੜਾ ਧਨ ਹੈ ਇਹ ਕੇਵਲ ਪੰਜਾਬ ਸਰਕਾਰ ਦੇ ਪੱਲੇ ਕੋਈ ਨਹੀਂ ਹੈ। 2.5 ਲੱਖ ਕਰੋੜ ਰੁਪਏ ਦਾ ਡੁੱਬੀ ਹੋਈ ਕਰਜ਼ੇ 'ਚ ਇਹ ਸਾਰਾ ਧਨ ਕਿੱਥੋਂ ਆਏਗਾ? ਇਹ ਸਕੀਮਾਂ ਆਉਣਗੀਆਂ ਸੈਂਟਰਲ ਗਵਰਨਮੈਂਟ ਤੋਂ। ਲੋਕ ਤਾਂ ਕਹਿੰਦੇ ਕੇਂਦਰ ਸਰਕਾਰ ਹੁਣ ਵਿਤਕਰਾ ਕਰੂਗੀ ਪੰਜਾਬ ਦੇ ਨਾਲ। ਕਾਹਦੇ ਲਈ ਜੀ? ਜੇ ਵਿਤਕਰਾ ਕਰਨਾ ਹੁੰਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰੀਡੋਰ ਕਿਉਂ ਖੁਲਵਾਉਂਦੇ?
ਜੇ ਵਿਤਕਰਾ ਕਰਨਾ ਹੁੰਦਾ ਤੇ ਦਰਬਾਰ ਸਾਹਿਬ ਦੇ ਲੰਗਰ ਤੋਂ GST ਕਿਉਂ ਮਾਫ ਹੁੰਦੀ? ਜੇ ਵਿਤਕਰਾ ਹੀ ਕਰਨਾ ਹੁੰਦਾ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਵਾਲੇ ਦਿਨ ਬਾਲ ਦਿਵਸ ਕਿਉਂ, ਵੀਰ ਬਾਲ ਦਿਵਸ ਕਿਉਂ ਅਨਾਉਂਸ ਹੁੰਦਾ? ਮੈਨੂੰ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਲਈ ਉਹਨਾਂ ਦੇ ਕੋਲ ਕੱਖ ਨਹੀਂ ਬੋਲਣ ਲਈ, ਕੱਖ ਨਹੀਂ ਦਿਖਾਉਣ ਲਈ, ਆਹ ਫਜ਼ੂਲ ਦੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਭਟਕਾਉਣਾ ਕਿ ਜੀ ਆਹ ਹੋਣਗਾ ਉਹ ਹੋਏਗਾ, ਇਹਦੇ 'ਚ ਲੱਗੇ ਹੋਏ। ਜਿੱਦਾਂ ਕਿ ਤੁਸੀਂ ਅੰਮ੍ਰਿਤਸਰ 'ਚ ਹੀ ਦੇਖ ਲਓ, ਕੋਈ ਮੁੱਦੇ ਦੀ ਗੱਲ ਕਰਦਾ, ਦੋ ਵੱਡੇ ਲੀਡਰ ਜੋ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ ਲੱਗੇ ਹੋਏ ਨੇ ਇੱਕ ਦੂਜੇ ਨੂੰ ਗਾਲਾਂ ਕੱਢਣ। ਮੈਂ ਆਵਾਂਗਾ ਉਸੇ ਹਲਕੇ ਤੇ ਵੀ ਆਵਾਂਗਾ। ਮੈਂ ਫਿਰ ਤੁਹਾਨੂੰ ਸਵਾਲ ਉਹੀ ਰਿਪੀਟ ਕਰ ਰਿਹਾ ਕਿ ਤੁਸੀਂ ਫਿਰ BJP 'ਚ ਆਉਣ ਦਾ ਫੈਸਲਾ ਕਿਉਂ ਲਿਆ? ਇਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਜੀ, BJP ਇੱਕ ਉਹ ਪਾਰਟੀ ਹੈ ਜਿਹੜੀ ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ 'ਚ ਬਿਲੀਵ ਕਰਦੀ ਹੈ। ਇਹ ਉਹ ਪਾਰਟੀ ਹੈ ਜਿਹੜੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੀ ਹੈ। ਇਹ ਉਹ ਪਾਰਟੀ ਹੈ ਜਿਹੜੀ ਦਲਿਤਾਂ ਦੇ ਜੈਨੂਇਨਲੀ ਪ੍ਰਮੋਸ਼ਨ 'ਚ ਬਿਲੀਵ ਕਰਦੀ ਹੈ। ਇਹ ਉਹ ਪਾਰਟੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਲਈ ਕਦੀ ਕੰਪਰੋਮਾਈਜ਼ ਨਹੀਂ ਕਰਦੀ। ਇਹ ਉਹ ਪਾਰਟੀ ਹੈ ਜਿਹੜੀ ਡਰੱਗ ਪੈਡਲਿੰਗ ਨਹੀਂ ਕਰਦੀ। ਤਾਂ ਇਹ ਤਾਂ ਨੈਚੁਰਲ ਚੋਇਸ ਹੈ ਨਾ ਜੀ। ਮੈਂ ਤੁਹਾਡੇ ਹਲਕੇ ਤੇ ਆ ਜਾਂਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਜਾਂ ਪੂਰੇ ਪੰਜਾਬ ਦੇ ਵਿੱਚ ਚਰਚਾਵਾਂ ਹੀ ਨੇ ਕਿ ਦੋ ਵੱਡੇ ਲੀਡਰ ਆਮੋ ਸਾਹਮਣੇ ਹੋ ਗਏ, ਤਾਂ ਫਿਰ ਜਗਮੋਹਨ ਰਾਜੂ ਆਪਣੇ ਆਪ ਨੂੰ ਉੱਥੇ ਕਿੱਥੇ ਦੇਖ ਰਹੇ ਨੇ? ਕੀ ਇੱਥੇ ਦੇ ਲੋਕ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਭੇਜਣਗੇ? ਦੇਖੋ, ਐਸਾ ਹੈ ਕਿ ਉਹ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਪਰ ਜੇ ਤੁਸੀਂ ਇਲਾਕੇ 'ਚ ਘੁੰਮੋ ਉਹਨਾਂ ਦੇ ਅੱਖਾਂ 'ਚ ਉਹ ਬਹੁਤ ਛੋਟੇ ਨੇ, ਬਹੁਤ ਹੀ ਨੀਚ ਨੇ, ਬਹੁਤ ਹੀ ਗੁਨਾਹਗਾਰ ਨੇ। ਜਿਹਦੇ ਨਾਲ ਵੀ ਗੱਲ ਕਰੋ ਉਹ ਕਹਿੰਦੇ ਜੀ ਸਾਡੇ ਬੱਚੇ ਨਸ਼ਈ ਹੋ ਜਾਣਗੇ, ਸਾਡੀਆਂ ਸੰਤਾਨਾਂ ਬਰਬਾਦ ਹੋ ਜਾਣਗੀਆਂ ਜੇ ਇੱਦਾਂ ਦੇ ਲੀਡਰਾਂ ਨੂੰ ਕਿਤੇ MLA ਬਣਨ ਦਾ ਚਾਂਸ ਮਿਲ ਜਾਊਗਾ। ਦੂਜੀ ਗੱਲ, ਇੱਕ ਹੋਰ ਵੱਡੇ ਲੀਡਰ ਨੇ ਜਿਹੜੇ ਕਹਿੰਦੇ ਨੇ ਜੀ ਮੇਰਾ ਚੀਫ ਮਿਨਿਸਟਰ ਬਣਨਾ ਜਨਮ ਅਧਿਕਾਰ ਹੈ। ਉਹਨਾਂ ਨੂੰ ਪਹਿਲਾਂ ਤਾਂ ਰਿਜੈਕਟ ਕਰਤਾ ਉਹਨਾਂ ਦੀ ਆਪਣੀ ਪਾਰਟੀ ਨੇ ਕਿ ਬਈ ਜਿਹੜਾ ਤੁਸੀਂ ਜਨਮ ਅਧਿਕਾਰ ਲੈ ਕੇ ਆ ਰਹੇ ਹੋ ਨਾ, ਤੁਸੀਂ ਰਿਜੈਕਟ ਹੋ, ਤੁਸੀਂ ਨਹੀਂ CM ਬਣ ਸਕਦੇ। ਉਸ ਤੋਂ ਪਹਿਲਾਂ ਉਹ ਮੰਤਰੀ ਸਨ ਇੱਥੇ, ਉਹਨਾਂ ਦਾ ਜਿਹੜਾ ਬੌਸ ਹੁੰਦਾ, ਕਿਉਂਕਿ ਰਿਪੋਰਟ ਕੌਣ ਲਿਖਦਾ ਜੀ? ਬੌਸ ਲਿਖਦਾ ਨਾ। ਮੰਤਰੀ ਦਾ ਬੌਸ ਹੁੰਦਾ ਚੀਫ ਮਿਨਿਸਟਰ। ਉਹਨਾਂ ਨੇ ਰਿਜੈਕਟ ਕੀਤਾ ਕਿ ਜਾ ਬਈ ਤੂੰ ਨਿਕੰਮਾ ਹੈ, ਮੈਂ ਤੈਨੂੰ ਆਪਣੀ ਸਰਕਾਰ 'ਚ ਨਹੀਂ ਰੱਖਣਾ। ਤੇ ਹੁਣ 20 ਤਰੀਕ ਨੂੰ ਇਹਨਾਂ ਨੇ MLA ਜੋਗਾ ਵੀ ਲੈਣਾ, ਕਿਉਂਕਿ ਜਿੱਥੇ ਜਾਂਦੇ ਨਾ ਜੀ ਬੂਹੇ ਬੰਦ ਕਰ ਲੈਂਦੇ ਲੋਕੀ, ਕੱਢ ਕੇ ਘਰੋਂ ਆਪਣਾ ਵੇਲ ਨੇ ਪਿੱਛੇ ਪੈ ਗਈਆਂ ਜਨਾਨੀਆਂ ਕਿ ਜੀ ਜਿੱਥੇ ਵੱਡੇ ਵੱਡੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ, ਕਿੱਥੇ ਗਏ ਸੀ? 5 ਸਾਲ ਕਿੱਥੇ ਸੀ? ਪੋਸਟਰ ਲੱਗੇ ਹੋਏ ਸੀਗੇ ਕਿ ਜੀ MLA ਗਾਇਬ। ਤੇ ਉਹ ਹੁਣ ਤੁਸੀਂ ਕਹਿੰਦੇ ਉਹ ਵੱਡੇ ਨਹੀਂ, ਉਹ ਵੱਡੇ। ਤੇ ਜਿਹੜਾ ਬੰਦਾ 37 ਸਾਲ ਆਪਣਾ ਪੂਰੀ ਗਵਰਨੈਂਸ ਦੀ ਐਕਸਪੀਰੀਅੰਸ ਦੇ ਨਾਲ ਇੱਕ ਅਫਸਰੀ ਛੱਡ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਆਇਆ, ਉਹ ਛੋਟਾ। ਤੇ ਚਲੋ ਫਿਰ ਅਸੀਂ ਜੇ ਛੋਟੇ ਹੀ ਆ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੇ ਚੱਲਦੇ ਆ ਕਿ ਚਿੜੀਆਂ ਸੇ ਮੈਂ ਬਾਜ ਲੜਾਊਂ, ਤਾਂ ਫਿਰ ਚਿੜੀ ਵੜੇਗੀ। ਤੁਹਾਨੂੰ ਨਹੀਂ ਲੱਗਦਾ, ਤੁਹਾਨੂੰ ਇਹ ਲੱਗ ਰਿਹਾ ਕਿ ਤੁਹਾਡਾ ਦੋਵਾਂ ਨਾਲ ਕਿਸੇ ਨਾਲ ਵੀ ਮੁਕਾਬਲਾ ਨਹੀਂ ਹੈ? ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਨਹੀਂ ਹੈ ਜਾਂ ਬਿਕਰਮ ਮਜੀਠੀਆ ਦੇ ਨਾਲ ਵੀ ਨਹੀਂ ਹੈ? ਇਟਸ ਅ ਨਾਨ ਕੰਟੈਸਟ। ਇਟਸ ਅ ਨਾਨ ਕੰਟੈਸਟ। ਕੰਟੈਸਟ ਕੀ ਹੈ? ਉਹ ਇਸ ਹੱਕਦਾਰ ਹੀ ਨਹੀਂ ਹੈ ਕਿ ਉਹ ਵੋਟ ਮੰਗਣ ਵੀ ਜਾਣ। ਬਈ ਦੱਸਣਗੇ ਕਿ ਮੈਂ ਕੌਣ? ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਮੈਂ ਘਰ ਜਾਣਾ ਨਾ ਕਿਸੇ ਦੇ, ਤੁਸੀਂ ਕਿਸੇ ਦਾ ਟਾਈਮ ਮੇਰੇ ਨਾਲ ਚੱਲਣਾ, ਸਾਰੇ ਘਰ ਦੇ ਬੱਚਿਆਂ ਨੂੰ, ਘਰ ਦੇ ਮਤਲਬ ਜਿਹੜੀਆਂ ਘਰ ਵਾਲੀਆਂ ਨੇ, ਮਤਲਬ ਮਦਰਸ ਨੇ, ਉਹ ਬਾਹਰ ਲਿਆਂਦੀਆਂ ਬੱਚਿਆਂ ਨੂੰ, ਕਹਿੰਦੀਆਂ ਫੋਟੋ ਖਿੱਚੋ, ਇੱਦਾਂ ਦਾ ਬਣਨਾ ਹੈ, IPS ਬਣਨਾ ਹੈ, ਤੂੰ IS ਬਣਨਾ ਹੈ ਜੀ। ਤੇ ਦੂਜਿਆਂ ਨੂੰ ਕਹਿੰਦੀਆਂ ਜੀ ਪਰੇ ਹੋ ਜਾ, ਉਹ ਆ ਗਿਆ। ਜਿੱਦਾਂ ਕਹਿੰਦੇ ਸੀ ਨਾ ਬਈ ਪਾਜਾ ਸ਼ੋਲੇ ਦਾ ਹੀ ਡਾਇਲੌਗ ਸੀ ਨਾ, ਬੱਚਾ ਸੋ ਜਾ ਨਹੀਂ ਤਾਂ ਗੱਬਰ ਆ ਜਾਏਗਾ। ਇੱਥੇ ਉਹ ਹੈ ਕਿ ਬੱਚਾ ਸੋ ਜਾ ਨਹੀਂ ਤਾਂ ਉਹ, ਜੇ ਤੁਸੀਂ ਜੈ ਵੀਰੂ ਔਰ ਉਹ ਦੋਵੇਂ ਲੀਡਰ ਗੱਬਰ ਬਣ ਰਹੇ ਨੇ। ਹਾਂਜੀ ਬਿਲਕੁਲ। ਅੱਛਾ, ਫਿਰ ਤੁਸੀਂ ਜਿਸ ਤਰ੍ਹਾਂ ਹੁਣ ਤੁਹਾਨੂੰ ਲੱਗਦਾ ਕਿ ਤੁਹਾਡਾ ਸਰਵਿਸ ਦਾ ਰਿਕਾਰਡ ਹੀ ਦੇਖ ਕੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ? ਕਿਉਂਕਿ ਮੈਂ ਜਿਵੇਂ ਜ਼ਿਕਰ ਕੀਤਾ ਸੀਗਾ ਕਿ BJP ਦੀ ਸਥਿਤੀ ਇਸ ਵੇਲੇ ਪੰਜਾਬ ਦੇ ਵਿੱਚ ਕਾਫੀ ਝਟਕਾ ਲੱਗਾ, BJP ਨੂੰ ਰਿਵਾਈਵ ਹੋਣ ਦੀ ਕੋਸ਼ਿਸ਼ਾਂ ਕਰਨੀ ਪੈ ਰਹੀਆਂ ਨੇ ਕਿਉਂਕਿ ਅਕਾਲੀ ਦਲ ਦੇ ਨਾਲ ਅਲਾਇੰਸ ਵੀ ਨਹੀਂ ਹੈਗਾ, ਤਾਂ ਲੋਕ ਕਿਵੇਂ ਭਰੋਸਾ ਕਰਨਗੇ ਤੁਹਾਡੇ ਤੇ? ਮੇਰੇ ਤੇ ਭਰੋਸਾ ਇਸ ਲਈ ਕਰਨਗੇ ਕਿ ਮੇਰਾ ਜੋ ਗਰੰਟਰ ਹੈ ਉਹ ਹੈ ਪ੍ਰਧਾਨ ਮੰਤਰੀ ਖੁਦ, ਮਾਨਯੋਗ ਨਰਿੰਦਰ ਮੋਦੀ ਜੀ। ਮੇਰੀ ਗਰੰਟੀ ਉਹਨਾਂ ਨੇ ਲਿੱਤੀ ਹੈ। ਔਰ ਜੋ ਸਾਰੀ ਮਤਲਬ ਅੱਜ ਦੇ ਦਿਨ 'ਚ ਜਿੰਨਾ ਵਿਸ਼ਵਾਸ ਲੋਕਾਂ ਦਾ ਉਹਨਾਂ ਦੇ ਉੱਤੇ ਹੈ,
ਕਿਸੇ ਦਾ ਨਹੀਂ। ਤੇ ਮੇਰੀ ਤੁਸੀਂ ਮੈਰਿਟ ਜੋ ਹੈ ਸੋ ਹੈ ਉਹ ਛੱਡੋ, ਪਰ ਮੇਰੇ ਗਰੰਟਰ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਕੋਈ ਸ਼ੱਕ ਸ਼ੁਬਾ ਨਹੀਂ ਕਿਸੇ ਦੇ। ਜਗਮੋਹਨ ਜੀ, ਮੈਂ ਜੋ ਸਮਝ ਪਾ ਰਿਹਾ ਬੀਜੇਪੀ ਦੀ ਜੋ ਰਾਜਨੀਤੀ, ਅਕਸਰ ਬੀਜੇਪੀ ਦੀ ਰਾਜਨੀਤੀ ਨੂੰ ਲੈ ਕੇ ਚਰਚਾ ਹੁੰਦੀ ਹੈ, ਜਿਵੇਂ ਮੈਂ ਤੁਹਾਡਾ ਪਹਿਰਾਵਾ ਦੇਖ ਰਿਹਾ, ਸਿੱਖ ਫੇਸ, ਸ਼ਹਿਰੀ ਇਲਾਕੇ ਦੇ ਵਿੱਚ ਨੇ, ਮਾਤਾ ਦੀ ਚੁੰਨੀ ਵੀ ਹੈ, ਓਮ ਨਮः ਸ਼ਿਵਾਏ ਦਾ ਪਰਨਾ ਵੀ ਔਰ ਸਰੋਪਾ ਵੀ ਪਾਇਆ ਹੋਇਆ, ਤੇ ਇਹ ਕੰਬੀਨੇਸ਼ਨ ਬਣਾ ਕੇ ਜਗਮੋਹਨ ਰਾਜੂ ਨੂੰ ਪੇਸ਼ ਕੀਤਾ ਜਾ ਰਿਹਾ। ਗਲਤ, ਬਿਲਕੁਲ ਤੁਹਾਡੀ ਗੱਲ ਹੀ ਗਲਤ ਹੈ। ਦੇਖੋ, ਮੇਰੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਗਿਣਾਨਾ, ਹੁਣ ਮੈਂ ਵੈਟੀਕਨ ਜਿੱਥੇ ਪੋਪ ਰਹਿੰਦੇ ਨੇ ਮੈਂ ਉਹ ਵਿਜ਼ਿਟ ਕੀਤਾ, ਬੜੇ, ਮੈਂ ਤੁਹਾਨੂੰ ਫੋਟੋਆਂ ਦਿਖਾਣਾ ਹੁਣੀ, ਬੜੇ ਮਾਣ ਦੇ ਨਾਲ, ਬੜੇ ਪਿਆਰ ਨਾਲ, ਜਿੱਥੇ ਵੀ ਕਿਤੇ ਚਰਚ ਹੁੰਦਾ ਹੈ, ਵੱਡਾ ਹੁੰਦਾ ਹੈ, ਮੈਂ ਉੱਥੇ ਜਾਣਾ। ਹਾਂਜੀ, ਪਰ ਇੰਡੀਆ ਦੇ ਵਿੱਚ ਕੋਈ ਐਸਾ ਮੰਦਿਰ ਨਹੀਂ ਹੋਏਗਾ ਜਿਹੜਾ ਮੈਂ ਜ਼ਿੰਦਗੀ ਦੇ ਵਿੱਚ, ਵੱਡੇ ਵੱਡੇ ਮੰਦਿਰ ਸ਼ੌਂਕ ਦੇ ਨਾਲ, ਸ਼ਰਧਾ ਦੇ ਨਾਲ ਮੈਂ ਵਿਜ਼ਿਟ ਨਹੀਂ ਕੀਤੇ। ਕੋਈ ਗੁਰਦੁਆਰੇ ਐਸੇ ਇੰਡੀਆ 'ਚ ਨਹੀਂ ਹੈ ਜਿਹੜੇ ਮੈਂ ਵਿਜ਼ਿਟ ਨਹੀਂ ਕੀਤੇ। ਜਿਊਜ਼ ਦਾ ਸਭ ਤੋਂ ਵੱਡਾ ਠਿਕਾਣਾ ਜੈਰੂਸਲਮ ਹੈ, ਮੈਂ 2 ਵਾਰੀ ਉੱਥੇ ਗਿਆ ਹੈ। ਸਿਰਫ ਮੁਸਲਮਾਨਾਂ ਦਾ ਇੱਕ ਵਿਸ਼ਵਾਸ ਹੈ ਕਿ ਮੱਕੇ ਦੇ ਵਿੱਚ ਉਹ ਨਾਨ ਮੁਸਲਿਮ ਨੂੰ ਅਲਾਉ ਨਹੀਂ ਕਰਦੇ, ਉਹੀ ਇੱਕ ਜਗ੍ਹਾ ਜਿੱਥੇ ਮੈਂ ਨਹੀਂ ਗਿਆ। ਬਾਕੀ ਸਭ ਜਗ੍ਹਾ ਮੈਂ ਗਿਆ ਉਨੀ ਸ਼ਰਧਾ ਦੇ ਨਾਲ, ਉਨੇ ਪਿਆਰ ਨਾਲ, ਕਿਉਂਕਿ ਗੁਰੂ ਨਾਨਕ ਦੇਵ ਜੀ ਕੋਈ ਡਿਫਰੈਂਸ਼ੀਏਟ ਨਹੀਂ ਕੀਤਾ ਕਦੇ ਵੀ, ਸਿੱਖਾਂ ਵੀ ਕੋਈ ਸਿੱਖ ਹੈ, ਕੋਈ ਮੁਸਲਮਾਨ ਹੈ, ਕੋਈ ਹਿੰਦੂ, ਕੋਈ ਆ ਨਾ ਸੋਚੋ ਕਿ ਕੋਈ, ਕਿਉਂਕਿ ਅੱਜ ਮੰਦਿਰ ਗਏ ਸੀ ਉਹਨਾਂ ਨੇ ਪਾਤਾ, ਕੱਲ ਨੂੰ ਗੁਰਦੁਆਰੇ ਕਹਾਂਗੇ ਉਹਨਾਂ ਨੇ ਵੀ ਸਰੋਪੇ ਦਿੱਤੇ ਹੈ। ਤੋ ਐਸਾ ਕੋਈ, ਮੈਂ ਤਾਂ ਇਲਾਕੇ ਦੀ ਜੋ ਜਿਓਗ੍ਰਾਫੀ ਹੈ ਜਾਂ ਡੈਮੋਗ੍ਰਾਫੀ ਹੈ ਉਹਨੂੰ ਦੇਖ ਕੇ ਹੀ ਕਹਿ ਰਿਹਾ ਸੀਗਾ ਤੁਹਾਨੂੰ। ਇਹ ਛੋਟੀਆਂ ਸੋਚਾਂ ਹੈ, ਇਹ ਤੁਸੀਂ ਇਹ ਸੋਚ ਚੋਂ ਬਾਹਰ ਕੱਢ ਪਾਓਗੇ, ਭਾਵੇਂ ਕੋਈ ਵੀ ਪੋਲਿਟਿਕਸ ਹੋਵੇ, ਕੋਈ ਵੀ ਪੋਲੀਟੀਕਲ ਪਾਰਟੀ ਹੋਵੇ। ਮੈਂ ਤਾਂ ਇਸ ਤੋਂ ਮੱਚ ਅਬਵ ਹਾਂ ਜੀ। ਮੈਂ ਤਾਂ ਦੱਸ ਰਿਹਾ ਜੀ, ਸਵੇਰੇ ਜਪਜੀ ਸਾਹਿਬ ਦਾ ਸਵੇਰੇ ਪਾਠ ਕਰਦੇ ਹਾਂ ਜੀ। ਮਾਤਾ, ਮੇਰੇ ਦਾਦਾ ਜੀ ਇੱਕ ਅੰਮ੍ਰਿਤਧਾਰੀ ਸਿੱਖ ਸਨ। ਮੇਰੀ ਮਾਤਾ ਜੀ 86 ਸਾਲਾਂ ਦੇ ਨੇ, ਡਿਮੈਂਸ਼ੀਆ ਦਾ ਉਹਨਾਂ ਨੂੰ ਪ੍ਰੋਬਲਮ ਹੈ, ਪਰ ਹੁਣ ਵੀ ਉਹਨਾਂ ਨੂੰ ਮੈਂ ਜਦੋਂ ਕਹਿਣਾ ਨੇ ਜੀ ਵਾਹਿਗੁਰੂ ਜੀ ਦਾ ਖਾਲਸਾ ਅੱਗੋਂ ਦੇ ਦਿੰਦੇ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ ਜੀ। ਆਖਰੀ 2 ਸਵਾਲ, ਅੰਮ੍ਰਿਤਸਰ ਈਸਟ ਦੇ ਫਿਰ ਮੁੱਦੇ ਤੁਹਾਨੂੰ ਕੀ ਨਜ਼ਰ ਆ ਰਹੇ ਨੇ ਕਿ ਇਹ ਹੱਲ ਹੋਣੇ ਚਾਹੀਦੇ ਨੇ ਪਹਿਲ ਦੇ ਆਧਾਰ ਤੇ? ਸਭ ਤੋਂ ਪਹਿਲਾਂ ਨਸ਼ਾ ਮੁਕਤ, ਉਸ ਤੋਂ ਬਾਅਦ ਸਾਰਾ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਖਰਾਬ ਹੋਇਆ, ਸੜਕਾਂ, ਸੈਨੀਟੇਸ਼ਨ, ਹਾਂਜੀ, ਇਲੈਕਟ੍ਰਿਸਿਟੀ, ਬਿਜਲੀ ਆਉਂਦੀ ਨਹੀਂ, ਤਾਰਾਂ ਸਭ ਕਰਾਉਣਾ, ਬੇਸਿਕ ਜਿਹੜੇ 6-8 ਮਹੀਨੇ ਸਾਲ ਚ ਸਭ ਠੀਕ ਹੋ ਸਕਦਾ ਹੈ। ਗਵਰਨੈਂਸ ਇਸ਼ੂ ਨੇ, ਔਰ ਫਿਰ ਵੱਡੇ ਚੀਜ਼ਾਂ, ਐਜੂਕੇਸ਼ਨ, ਬਿਕੋਜ਼ ਪਿੱਛੇ ਜੇ ਮੈਂ ਜਾ ਕੇ ਇੱਕ ਇੱਦਾਂ ਦੀ ਇੱਕ ਅਸੈਂਬਲੀ 'ਚ ਪੁੱਛਿਆ ਬੱਚਿਆਂ ਨੂੰ ਤੁਸੀਂ ਕੀ ਚਾਹੁੰਦੇ ਹੋ, 4-5 ਨੂੰ ਸਭ ਕਹਿੰਦੇ ਆ ਜੀ ਪੜ੍ਹਾਈ ਪੜ੍ਹਾਈ ਪੜ੍ਹਾਈ। ਤੋ ਇਹੀ ਸਾਡਾ ਮਿਸ਼ਨ ਹੈ ਜੀ ਕਿ ਜੀ ਪੜ੍ਹਾਈ ਪੜ੍ਹਾਈ ਪੜ੍ਹਾਈ, ਵਿਕਾਸ ਵਿਕਾਸ ਵਿਕਾਸ। ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਕਿਤੇ 5 ਸਾਲ ਦਾ ਮੌਕਾ ਮਿਲ ਜਾਂਦਾ ਹੈ ਤੇ ਆਪਾਂ ਇਸ ਕੌਂਸਟੀਚੁਐਂਸੀ ਨੂੰ ਸਮਾਰਟ ਸਿਟੀ ਬਣਾ ਦੇਣਾ, ਕਿਉਂਕਿ ਹਰਦੀਪ ਪੁਰੀ ਜੀ ਹੀ ਸੈਂਟਰਲ ਮਿਨਿਸਟਰ 'ਚ ਸ਼ਹਿਰੀ ਮਿਨਿਸਟਰ ਨੇ, ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈ, ਤੇ ਜੇ ਕਰਪਸ਼ਨ ਨਾ ਹੋਏ ਤੇ ਆਪਾਂ ਬੜੀ ਜਲਦੀ ਕੰਮ ਕਰ ਸਕਦੇ ਹਾਂ। ਆਖਰੀ ਸਵਾਲ, ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਕਹਿੰਦੀ ਰਹਿੰਦੀਆਂ ਕਿ ਬੀਜੇਪੀ ਇਸ ਵੇਲੇ ਜੋ ਏਜੰਸੀਜ਼ ਨੇ, ਸੈਂਟਰਲ ਏਜੰਸੀਜ਼ ਦਾ, ਯਾਨੀ ਕਿ ਅਫਸਰਾਂ ਦਾ ਮਿਸਯੂਜ਼ ਹੋ ਰਿਹਾ ਹੈ, ਅਫਸਰਾਂ ਨੂੰ ਆਪਣੇ ਨਿੱਜੀ ਫਾਇਦਿਆਂ ਦੇ ਲਈ ਯੂਜ਼ ਕਰ ਰਹੀ, ਕਿਉਂਕਿ ਤੁਸੀਂ ਹਾਲਾਂਕਿ ਐਡੀਸ਼ਨਲ ਚੀਫ ਸੈਕਟਰੀ ਰਹੇ ਹੋ ਤਾਮਿਲਨਾਡੂ ਦੇ ਵਿੱਚ, ਪਰ ਤੁਸੀਂ ਭਾਰਤ ਸਰਕਾਰ ਦੇ ਵਿੱਚ ਵੀ ਉੱਚ ਅਹੁਦਿਆਂ ਤੇ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਆਪਣੇ ਅਫਸਰਾਂ ਨੂੰ ਜਾਂ ਕੇਂਦਰ ਸਰਕਾਰ ਆਪਣੇ ਅਫਸਰਾਂ ਦਾ ਮਿਸਯੂਜ਼ ਵਿਰੋਧੀ ਪਾਰਟੀਆਂ ਤੇ ਕਰਦੀ ਹੈ? ਸਾਹਿਬ, ਜਿਹੜੀ ਹੈ ਨਾ ਜੀ ਕਹਾਵਤ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਉਹ ਹਾਲ ਹੈ ਵੀ FIR ਕਾਂਗਰਸ ਸਰਕਾਰ ਨੇ ਕੀਤੀ ਮਜੀਠੀਆ ਸਾਹਿਬ ਦੇ ਅਗੇਂਸਟ, ਕਦੋਂ ਦੱਸੋ ਨਾ, ਹਫਤਾ ਪਹਿਲਾਂ। ਹਾਂ, ਤੇ ਫਿਰ ਏਜੰਸੀਆਂ ਉਹ ਯੂਜ਼ ਕਰਦੇ ਨੇ FIR, ਇਹ ਉਹ ਕਹਿੰਦੇ ਈਡੀ ਭੇਜ ਦਿੰਦੇ ਨੇ ਕਦੀ। ਚਲੋ ਹੋ ਗਿਆ, ਚਲੋ ਥੈਂਕ ਯੂ। ਜਗਮੋਹਨ ਸਿੰਘ ਰਾਜੂ ਬੀਜੇਪੀ ਦੇ ਉਮੀਦਵਾਰ ਨੇ ਅੰਮ੍ਰਿਤਸਰ ਈਸਟ ਤੋਂ, ਔਰ ਦਾਅਵਾ ਕਰ ਰਹੇ ਨੇ ਕਿ ਨਾ ਬਿਕਰਮ ਮਜੀਠੀਆ ਤੇ ਲੋਕ ਯਕੀਨ ਕਰਨਗੇ, ਨਾ ਹੀ ਨਵਜੋਤ ਸਿੰਘ ਸਿੱਧੂ ਦੇ ਲੋਕ ਯਕੀਨ ਕਰਨਗੇ। ਲੋਕ ਜਗਮੋਹਨ ਸਿੰਘ ਰਾਜੂ ਹੁਣਾਂ ਤੇ ਯਕੀਨ ਕਰਨਗੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜ਼ਰੂਰ ਭੇਜਣਗੇ ਇਹਨਾਂ ਦਾ ਜੋ ਜੌਬ ਦਾ ਰਿਪੋਰਟ ਕਾਰਡ ਦੇਖ ਕੇ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਨ ਚੁਗਾਬਾ, ਦੈਨਿਕ ਸਵੇਰਾ TV, ਅੰਮ੍ਰਿਤਸਰ ਈਸਟ।